ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ। ਹਰਨਾਖਸ ਫਾਰੇ ਕਰ ਆਜ, ਫੁਨ ਦ੍ਰੋਪਦੀ ਲਾਜ ਰਖੀ ਹਰ ਪ੍ਰਭ ਜੀ। ਸ਼ੀਨਤ ਬਸਤਰ ਦੀਨ ਬਹੁ ਸਾਜ, ਸੋ ਦਾਮਾ ਆਪਦਾ ਤੇ ਰਾਖਿਆ। ਗਨ ਕਾ ਪੜਤ ਪੂਰੇ ਤੇ ਕਾਜ, ਸ਼੍ਰੀ ਸਤਿਗੁਰ ਸੋ ਪ੍ਰਸੰਨ ਕਲ ਯੁਗ ਹੋਏ। ਰਾਖੋ ਦਾਸ ਭਾਟ ਕੀ ਲਾਜ, ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ, ਸੋ ਕਹੋ ਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ। ਨੂਰ ਅਰਸੋ ਕੁਰਸੋ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਂ ਦੈ ਸਾਹੋ, ਜਿਸ ਪਾਸ ਬੈਠਿਆ ਸੋਹੀਐ। ਸਭਨਾਂ ਦਾ ਬੇਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਰਾਮ ਸਿਮਰ ਪਛਤਾਹੇਗਾ ਮਨ। ਪਾਪੀ ਜੀਅਰਾ ਲੋਭ ਕਰਤ ਹੈ, ਆਜ ਕਾਲ ਉਠ ਜਾਹੇਗਾ। ਰਾਮ ਸਿਮਰ ਪਛਤਾਹੇਗਾ ਮਨ। ਪਾਪੀ ਜੀਅਰਾ ਲੋਭ ਕਰਤ ਹੈ, ਆਜ ਕਾਲ ਉਠ ਜਾਹੇਗਾ। ਰਹਾਉ ਲਾਲਚ ਲਾਗੇ ਜਨਮ ਗਵਾਇਆ। ਮਾਇਆ ਭਰਮ ਭੁਲਾਹੇਗਾ। ਧਨ ਜੋਬਨ ਕਾ ਗਰਭ ਨ ਕੀਜੈ,
ਕਾਗਦ ਜਿਉਂ ਗਲ ਜਾਹੇਗਾ। ਜੋ ਜਮ ਆਏ ਕੇਸ ਗਹਿ ਪਟਕੈ, ਤਾ ਦਿਨ ਕਿਛ ਨ ਬਸਾਹੇਗਾ। ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁਖ ਚੋਟਾ ਖਾਹੇਗਾ। ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੈ ਜਾਹੇਗਾ। ਕਹਿਤ ਕਬੀਰ ਸੁਨਹੁ ਰੇ ਸੰਤਹੁ, ਸਾਧ ਸੰਗਤ ਤਰ ਜਾਹੇਗਾ। ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੈ ਜਾਹੇਗਾ। ਕਹਿਤ ਕਬੀਰ ਸੁਨਹੁ ਰੇ ਸੰਤਹੁ, ਸਾਧ ਸੰਗਤ ਤਰ ਜਾਹੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗਹੁ ਜੁਗ ਅਟਲ, ਚਵਰ ਛਤਰ ਤਖ਼ ਦੇ ਮਾਲਕ, ਬਾਣੀ ਕੇ ਬੋਹਿਤ, ਜਾਹਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਸਮਰੱਥ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪਾਂ ਸਾਰੇ ਹੀ ਵਡਭਾਗੇ ਹਾਂ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਹਰ ਦਿਨ ਰੈਣ ਕੀਰਤਨ ਗਾਈਐ, ਬਹੁੜ ਨ ਜੋਨੀ ਪਾਈਐ, ਜਿਸ ਦੇਵੈ ਪੁਰਖ ਵਿਧਾਤਾ, ਹਰ ਰਸ ਤਿਨ ਹੀ ਜਾਤਾ। ਕੀਰਤਨ ਉਹ ਰਤਨ ਜਿਸ ਰਤਨ ਦੀ ਕੋਈ ਬਰੋਬਰਤਾ ਨਹੀਂ ਕਰ ਸਕਦਾ। ਉਹ ਕੀਰਤਨ ਨਿਰਮੋਲਕ ਹੀਰਾ ਹੈ। ਇਲਾਹੀ ਬਾਣੀ ਜੋ ਆਸਾ ਦੀਆਂ ਮਨ ਦੀਆਂ ਆਸਾਵਾਂ ਨੂੰ ਪੂਰੀਆਂ ਕਰਨ ਵਾਲੀ। ਆਸਾ ਜੀ ਕੀ ਵਾਰ ਦੇ ਆਪ ਜੀ ਨੇ ਕੀਰਤਨ ਸ਼ਰਵਣ ਕੀਤੇ ਹਨ। ਜਿੱਥੇ ਸਤਿਗੁਰੂ ਜੀ ਨੇ ਕੀਰਤਨ ਨੂੰ ਮਹਾਨ ਦੱਸਿਆ, ਨਵਦਾ ਭਗਤੀ ਦੱਸਿਆ ਹੈ, ਉੱਥੇ ਨਾਲ ਹੀ ਪਾਤਸ਼ਾਹ ਜੀ ਇਹ ਵੀ ਫਰਮਾਨ ਕਰਦੇ ਹਨ ਕਿ ਸਭ ਤੇ ਉੱਤਮ ਹਰਿ ਕੀ ਕਥਾ, ਨਾਮ ਸੁਣਤ ਦਰ ਦੁਖ ਲੱਥਾ। ਸੁਣ ਹਰ ਕਥਾ ਉਤਾਰੀ ਮੈਲ,
महापनीत भये सब सैल। किड्डी वड्डी बख्शिश कर दी कि जदों हरि की कथा सुनीए, हरि की वडियाई सुनीए, सुनना की हुंदा उतारी मैल, बाहरली मैल साडे शरीर नूं मैल लगी हुई है, उन्होंने आपां पानी नाल धोवांगे, साबण ला के आपां साफ कर लवांगे। इशनान कर लिया, मैल साफ हो गई, पर अंदरला इशनान जिहड़ा है वो पानी नाल साबण नाल नहीं होना। अंदरला इशनान करन दे लई सानू अपने गुरु दे कोल आना पवेगा। सानू गुरु दे कोल आके गुरु कीयां वडियाइयां, गुरु कीयां कथा कहानियां सुननियां पैणगियां। जो गुरु साहबान जी ने सानू जुगती दसी है ना, वो जुगती नूं आपां नूं अपनाना पवेगा, उहदे मुताबक अपने जीवन नूं बतीत करना पवेगा। फिर गुरु सवारिओ, फिर साडा अंदरला इशनान हो सकता, जिन्हों मन का इशनान आख्या जाता है। जो मन का इशनान हो गया, मन साफ हो गया, तो अंदरली मैल अपने आप ही दूर हो जानी है। तो गुरु पातशाह जी कहते हैं, सतगुर की कथा सुनन दे नाल, सतगुर की वडियाई सुनन दे नाल, सतगुर का जस करन दे नाल ये जिहड़ी मन की मैल है ना, ये लथ जाती है, दूर हो जाती है। सो आओ समा है जो लड़ीवार गुरबाणी की कथा विचार आप संगतां मारू राग दे विचों श्रवण कर रही हन। भगतां दी बाणी की विचार चल रही है। जो पावन शब्द आप जी ने श्रवण किया है, ये पावन शब्द सतगुरां दे पावन अंक 1106 अंक ते सुशोभित है। ते कबीर साहबान जी का ये शब्द उच्चारण किया होया है। आओ अपनियां मन बिरतियां एकागर करिए, ध्यान गुरु चरणां नाल जोड़ीए ते गुरु महाराज जी दे पावन उपदेश नूं हिरदियां विच बसा के अपना जीवन सफला करिए। करो सारे अपनी रसना पवित्र ते उच्चारण करो जी सतनाम श्री वाहिगुरु साहिब जी। मारू राम सिमर पछताहेगा मन, पापी जियरा लोभ करत है, आज काल उठ जाएगा। मारू राग दे विच कबीर साहबान जी बख्शिश कर रहे हैं। रहाओ वाली पंक्ति च बचन करते ने कि लालच लागे जन्म गवाया, माया भरम भुलाहेगा, धन जोबन का गर्व न कीजै, कागद ज्यों गल जाहेगा। की कारण है कि जीव नूं वो प्रभु चेते नहीं आ रहा? वो किहड़ा कारण है जिस करके जीव उस प्रभु दी, परमेश्वर दी इबादत नहीं कर रहा है? ते भगत कबीर साहबान जी कहते ने जीव दे अंदर लालसा है। जीव दे अंदर इन्ना लालच है कि लालच विच एक गलतान हो गया, माया विच ऐसा फसिया, माया दी भटकना विच ऐसा पिया ते भरम दे विच लग के ही अपना सारा जीवन व्यर्थ गवा दिता। सतगुरु कहते लालच लागे जन्म गवाया। माया दे लालच, पदार्थां दा लालच, क्योंकि आपां सारे पदार्थवादी सोच वाले आ। संसार घर च रह रहे हैं, साडे जीवन का निर्वाह चल रहा। माया तो बिना साडा गुजरान नहीं है। धन संपदा जीव ने अपनी रोजी रोटी लिए कमाना है,
पर सतगुरु कहते धन कमाउंदियां होइयां तैनू अपना निरंकार गुरु चेते होना चाहिए। जे तैनू माया धंधियां करदियां होइयां तैनू अपना गुरु भुलदा, परमेश्वर भुलदा है, फिर गुरु सवारियो ये माया का प्रभाव तेरे मन उत्ते पै रहा है। भगत कबीर साहबान जी कहते ने, कबीर आई मुजहब है, कहते माया जिहड़ी है मेरे को चल के आई, हम कीनो आदेश की कहते आई मुजहब है मेरे को चल के आ गई, हम राखे गुर आपने उन कीनो आदेश। आई कबीर आई मुजहब है अन करे कर भेख, हम राखे गुर आपने उन कीनो आदेश। अनेकां भेख धारण करके ये माया मेरे हिरदे अंदर लालच पैदा करने दे लई कबीर जी कहते हैं, ताकि मेरे अंदर पदार्थवादी जिहड़ी सोच है कत्तर हो जाए। अनेकां लिबास उन्हें बनाना कीते, अनेकां रूप बनाए, पर कहते मैनू अपने गुरु ते विश्वास सी, मैनू भरोसा सी कि मेरा जिहड़ा गुरु है ना मैनू इस माया विच गलतान नहीं होण देवेगा। ते गुरु ने रहमत कीती, गुरु ने किरपा कीती, कहते ये माया मैनू पो नहीं सकी। ते अखीर ते कहते उन कीनों आदेश, उस माया ने मैनू आदेश सजदा कीता, नमस्कार कीती है। ते गुरु सवारियो इस तरह रब दे प्यारे जिहड़े ने ना वो माया विच रहिंदियां होइयां माया तो उपराम रहिंदे ने। पर इत्थे सतगुरु मनमुख जीव की गल करते हैं कबीर साहबान जी कि जिहड़े केवल हाय माया करदियां होइयां सारी जिंदगी अपनी इस तरह ही गवा दिंदे ने। कहंदे उन्हां दी हालत ऐसी है, लालच लागे जन्म गवाया। मनुखा जन्म बड़ा कीमती, जिहड़ा ये बार बार मिलण वाला नहीं है। अज मिलिया कि कल नूं पता नहीं आपां किहड़ी जून च सानूं मिलनी है, ये किसी नूं नहीं पता। वासना बद्धा आवे जावे, ते जिथे जीव की अंत वेले सुरती रह जाती ना ते ओहो जिहा अगों जीव नूं फिर जन्म प्राप्त हुंदा है। ये इस तरह है, मनुखा जन्म एक हीरे की न्याई है। मानो किसी जीव के हाथ च हीरा आ जाए ना, उन्होंने हीरे की पहचान ना होवे, हीरे की पहचान ना होवे ते वो बाजार च जावे, उस हीरे नूं कौडियां दे भाव बेच आवे ना ते दुनिया के लोग आखणगे ये सियाणा नहीं, ये भुंदू है, इनू हीरे दे पहचान नहीं सी, ना कौडियां दे भाव इन्ना बेशुमार कीमती हीरा बेच दिता। ते सच जाणियो असी भी एक तरह सानू भी मनुखा जन्म रूपी हीरे की पहचान नहीं है। आपां भी भुंदू हाँ, सानू किसी प्रकार की सोझी नहीं है। जिन्हां नूं इस गल की सोझी आ गई ना कि मनुखा जन्म एक हीरा है, अमोलक है, ये बार बार मिलने वाला नहीं, वो मनुखा जन्म दे विच फिर सेवा ते सिमरन करके अपने जीवन नूं सफला करते हैं। सोढ़ी सुल्तान गुरु रामदास पातशाह दे समय सतगुरु महाराज दे पावन दरबार दे विच जो समा सी शेरे पंजाब महाराजा रणजीत सिंह जी का, गुरु घर का एक कीर्तनीया सी जिहदा नाम इतिहास दे विच भाई मनसा सिंह करके आउंदा है। भाई मनसा सिंह जी नाम दे रसीए बंदगी करन वाले, सास गरास द्वारा उस मालक नूं चेते करदे, गुरु रामदास पातशाह आराधना करदे ते गुरु पातशाह पासों गरीबी मंगी हुई सी। गरीबी गदा हमारी खन्ना ऋण सगल शारी, इन्हां पंक्तियां दे धारनी जिथे मन की गरीबी सी,
ਉੱਥੇ ਗੁਰੂ ਰਾਮਦਾਸ ਪਾਤਸ਼ਾਹ ਨੇ ਐਸੀ ਖੇਡ ਵਰਤਾਈ ਹੋਈ ਸੀ, ਕਹਿੰਦੇ ਤਨ ਦੀ ਵੀ ਗਰੀਬੀ ਸੀ, ਮਨ ਕਰਕੇ ਤਾਂ ਨਿਮਰਤਾ ਸੀ ਮਨ ਵਿੱਚ ਬਹੁਤ ਜ਼ਿਆਦਾ, ਤੇ ਵੈਸੇ ਵੀ ਜਿਹੜਾ ਰੁਜ਼ਗਾਰ ਸੀ, ਜੋ ਉਹਨਾਂ ਦਾ ਵਿਵਹਾਰ ਸੀ ਤਾਂ ਪ੍ਰਤੀ ਦਾ ਕਾਰ ਵਿਹਾਰ, ਉਹਦੇ ਵਿੱਚ ਵੀ ਮਸਾਂ ਹੀ ਆਪਣੇ ਘਰ ਦਾ ਗੁਜ਼ਰਾਨ ਚੱਲਦਾ ਸੀ। ਪੁਰਾਣੇ ਸਮਿਆਂ ਵਿੱਚ ਮਿੱਟੀ ਦੇ ਤਵੇ ਹੁੰਦੇ ਸਨ, ਤੇ ਜਿਹੜਾ ਘਰ ਵਿੱਚ ਤਵਾ ਪਿਆ ਭਾਈ ਮਨਸਾ ਸਿੰਘ ਜਿਹਦੇ ਰਾਹੀਂ ਪ੍ਰਸ਼ਾਦਾ ਤਿਆਰ ਕਰਦੇ ਨੇ, ਉਹ ਮਿੱਟੀ ਦਾ ਤਵਾ ਵੀ ਟੁੱਟਿਆ ਹੋਇਆ। ਇਹੋ ਜਿਹੀ ਤਰਸਯੋਗ ਹਾਲਤ ਹੈ ਕਿ ਤਵਾ ਖਰੀਦਣ ਲਈ ਪੈਸੇ ਨਹੀਂ ਹਨ, ਤਵਾ ਖਰੀਦਣ ਲਈ ਪੈਸੇ ਨਹੀਂ ਹਨ, ਫਿਰ ਵੀ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੁਕਰਾਨਾ ਕਰਦੇ, ਧੰਨਵਾਦ ਕਰਦੇ ਨੇ। ਕਹਿੰਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਇਹ ਖਬਰ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚੀ। ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਿਆ ਕਿ ਹੋਵੇ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦਾ ਕੀਰਤਨੀਆ ਤੇ ਇੰਨੀ ਤਰਸਯੋਗ ਹਾਲਤ ਹੋਵੇ, ਤੇ ਘਰ ਦਾ ਜਿਹੜਾ ਤਵਾ ਹੈ ਉਹ ਵੀ ਟੁੱਟਿਆ ਹੋਇਆ ਹੈ, ਤੇ ਮਨ 'ਚ ਮਹਾਰਾਜਾ ਰਣਜੀਤ ਸਿੰਘ ਦੇ ਵਿਰਾਗ ਆਇਆ ਕਿ ਮਨਾ ਮੈਂ ਇਹੋ ਜਿਹੇ ਸਿੱਖ ਦੀ ਸੇਵਾ ਕਰਾਂ। ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਗੁਰੂ ਰਾਮਦਾਸ ਪਾਤਸ਼ਾਹ ਦੇ ਕੀਰਤਨੀਆਂ ਦਾ, ਉੱਥੋਂ ਦੇ ਗ੍ਰੰਥੀ ਸਿੰਘਾਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਹੁੰਦੇ ਸਨ। ਅੱਜ ਗੁਰੂ ਸਵਾਰੇ ਆਪਣੇ ਦਰਬਾਰ 'ਚੋਂ ਚੱਲੇ ਨੇ, ਹਾਥੀ ਉੱਤੇ ਸਵਾਰ ਹੋਏ, ਸੋਨੇ ਦੀ ਮੋਹਰਾਂ ਦੀ ਥੈਲੀ ਭਰੀ ਹੈ, ਕਿ ਇਹ ਮਨ 'ਚ ਵਿਚਾਰ ਆਈ ਕਿ ਭਾਈ ਮਨਸਾ ਸਿੰਘ ਨੂੰ ਮੈਂ ਇਹ ਮਾਇਆ ਦੇਵਾਂਗਾ, ਉਹਦੀ ਗਰੀਬੀ ਕੱਟੀ ਜਾਵੇਗੀ। ਪਰ ਜਦੋਂ ਕਹਿੰਦੇ ਨੇ ਇਹ ਤੁਰਿਆ ਰਸਤੇ 'ਚ ਜਾ ਰਿਹਾ, ਹਾਥੀਆਂ ਦੇ ਪੋੜ ਦੀ ਖੜਾਕ ਸੁਣੀ, ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਹੈ, ਇਹਦੇ ਪਿਛਲੇ ਪਾਸੇ ਭਾਈ ਸਾਹਿਬ ਜੀ ਦਾ ਉਸ ਸਮੇਂ ਬਸੋ ਘੱਟ ਹੁੰਦੀ ਸੀ, ਭਾਈ ਸਾਹਿਬ ਜੀ ਦੀ ਰਿਹਾਇਸ਼ ਸੀ, ਘਰ ਸੀ। ਕਹਿੰਦੇ ਜਦੋਂ ਇਹ ਹਾਥੀ ਨੂੰ ਘੁਮਾ ਕੋਲ ਲੈ ਕੇ ਆਏ ਨਾ, ਹਾਥੀ ਦੇ ਜਿਹੜੇ ਗਲ 'ਚ ਟੱਲ ਪਾਇਆ ਹੋਇਆ, ਖੜਾਕ ਸੁਣਿਆ, ਭਾਈ ਮਨਸਾ ਸਿੰਘ ਨੇ ਦਰਵਾਜ਼ਾ ਜਿਹੜੀ ਹੈ ਬਾਰੀ ਖੋਲ੍ਹੀ, ਬਾਰੀ ਖੋਲ੍ਹ ਕੇ ਦੇਖਿਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹਾਥੀ ਉੱਤੇ ਸਵਾਰ ਨੇ, ਮੇਰੇ ਘਰ ਵੱਲ ਨੂੰ ਆ ਰਹੇ ਨੇ। ਤੇ ਉਸ ਸਮੇਂ ਬਾਰੀ ਬੰਦ ਕਰ ਦਿੱਤੀ, ਦਰਵਾਜ਼ਾ ਪਹਿਲਾਂ ਹੀ ਬੰਦ ਸੀ। ਜਦੋਂ ਹੁਣ ਬਿਲਕੁਲ ਘਰ ਦੇ ਕੋਲ ਪਹੁੰਚ ਗਏ, ਤੇ ਉਸ ਸਮੇਂ ਕਹਿੰਦੇ ਹਾਥੀ ਨੂੰ ਥੱਲੇ ਬਿਠਾਇਆ ਗਿਆ, ਹਾਥੀ ਤੋਂ ਥੱਲੇ ਉਤਰੇ, ਤੇ ਮਹਾਰਾਜ ਨੇ ਆਪਣੇ ਅਹਿਲਕਾਰ ਭੇਜੇ, ਭਾਈ ਮਨਸਾ ਸਿੰਘ ਦਾ ਦਰਵਾਜ਼ਾ ਖੜਕਾਇਆ, ਮਾਇਆ ਦੇਣੀ ਸੀ, ਥੈਲੀ ਦੇਣੀ ਸੀ ਮਾਇਆ ਮੋਹਰਾਂ ਦੀ। ਕਹਿੰਦੇ ਭਾਈ ਸਾਹਿਬ ਦਰਵਾਜ਼ਾ ਆਵਾਜ਼ ਦਿੱਤੀ ਹੈ, ਬੂਹਾ ਨਹੀਂ ਖੁੱਲ੍ਹਿਆ। ਦੂਜੀ ਵਾਰੀ ਫਿਰ ਆਵਾਜ਼ ਦਿੱਤੀ, ਦਰਵਾਜ਼ਾ ਨਹੀਂ ਖੁੱਲ੍ਹਿਆ। ਕਹਿਣ ਲੱਗੇ ਭਾਈ ਮਨਸਾ ਸਿੰਘ ਜੀ, ਹੇ ਗੁਰੂ ਘਰ ਦੇ ਕੀਰਤਨੀਏ, ਅਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੁਹਾਡੇ ਦਰ 'ਤੇ ਚੱਲ ਕੇ ਆਇਆ ਏ, ਤੁਹਾਤੋਂ ਕੁਝ ਲੈਣਾ ਨਹੀਂ, ਤੁਹਾਨੂੰ ਕੁਝ ਦੇਣ ਆਇਆ ਏ। ਤੇ ਭਾਈ ਸਾਹਿਬ ਜੀ ਕਹਿਣ ਲੱਗੇ, ਦੇਖੋ ਜੀਵਨ ਕਿਹੋ ਜਿਹਾ। ਕਹਿਣ ਲੱਗੇ ਨਹੀਂ, ਜਿੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਚਰਨ ਪੈ ਜਾਣ, ਉੱਥੇ ਗਰੀਬੀ ਗਦਾ ਖਤਮ ਹੋ ਜਾਂਦੀ ਹੈ। ਮੈਨੂੰ ਪਤਾ ਜੇ ਮਹਾਰਾਜ ਮੇਰੇ ਘਰ ਦੇ ਵਿੱਚ ਆਏ ਨਾ, ਤੇ ਮੈਨੂੰ ਮਾਇਆ ਦੇਣਗੇ, ਜਿਹੜੀ ਮੇਰਾ ਨਿੱਤ ਦਾ ਨਿਯਮ ਹੈ, ਮੈਂ ਗੁਰੂ ਰਾਮਦਾਸ ਪਾਤਸ਼ਾਹ 'ਚ ਮੰਗੀ ਹੈ ਕਿ ਸਤਿਗੁਰੂ, ਮੈਂ ਮਨ ਦੀ ਗਰੀਬੀ ਤੇ ਤਨ ਦੀ ਗਰੀਬੀ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਨਾ ਚਾਹੁੰਦਾ ਹਾਂ, ਤੇ ਜੇ ਮਹਾਰਾਜ ਦੇ ਇੱਥੇ ਚਰਨ ਪੈ ਗਏ ਤੇ ਤਨ ਦੀ ਗਰੀਬੀ ਵੀ ਦੂਰ ਹੋਵੇਗੀ ਤੇ ਮਨ ਦੀ ਗਰੀਬੀ ਵੀ ਦੂਰ ਹੋ ਜਾਵੇਗੀ। ਇਸ ਕਰਕੇ ਦਰਵਾਜ਼ਾ ਨਹੀਂ ਖੁੱਲ੍ਹੇਗਾ। ਤੇ ਅਹਿਲਕਾਰ ਕਹਿਣ ਲੱਗੇ, ਸਿਪਾਹੀ ਕਹਿਣ ਲੱਗੇ,
ਤੈਨੂੰ ਗੁਰੂ ਤੈਨੂੰ ਸ਼ੇਰੇ ਪੰਜਾ ਮਹਾਰਾਜ ਜੀ ਦਾ ਸਤਿਕਾਰ ਕਰਨ ਨਹੀਂ ਆਉਂਦਾ? ਤੇਰੇ ਘਰ ਚੱਲ ਕੇ ਆਏ ਹੋਣ, ਉਹ ਆਮ ਇਨਸਾਨ ਨਹੀਂ ਹੈ, ਉਹ ਬਾਦਸ਼ਾਹ ਹੈ, ਉਹ ਰਾਜਾ ਹੈ। ਤੇਰੇ ਘਰ ਚੱਲ ਕੇ ਆਏ, ਤੂੰ ਦਰਵਾਜ਼ਾ ਨਾ ਖੋਲੇ। ਕਹਿਣ ਲੱਗਿਆ ਕਿ ਮੈਨੂੰ ਗੁਰੂ ਰਾਮ ਮੈਨੂੰ ਮੇਰੇ ਮਨ ਦੇ ਸ਼ੇਰੇ ਪੰਜਾਬ ਮਹਾਰਾਜ ਜੀ ਦਾ ਬੜਾ ਸਤਿਕਾਰ ਹੈ, ਸਨਮਾਨ ਹੈ, ਪਰ ਮੈਂ ਗਰੀਬੀ ਗਦਾ ਰੱਖਣੀ ਹੈ। ਤੇ ਗੁਰੂ ਸਵਾਰਿਓ ਸਿਪਾਹੀ ਵਾਪਸ ਮੁੜੇ। ਮਹਾਰਾਜਾ ਰਣਜੀਤ ਸਿੰਘ ਨੂੰ ਜਾ ਕੇ ਸਾਰੀ ਘਟਨਾ ਦੱਸੀ ਕਿ ਦੇਖੋ ਜੀ, ਧੰਨ ਗੁਰੂ ਕਹਿਣ ਲੱਗੇ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਸਿੱਖ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਮਾਇਆ ਅੰਗੀਕਾਰ ਨਹੀਂ ਕੀਤੀ, ਤੇ ਇਸ ਤਰ੍ਹਾਂ ਸਭ ਕੁਝ ਆਖਣਾ ਕੀਤਾ ਏ। ਤੇ ਮਹਾਰਾਜਾ ਰਣਜੀਤ ਸਿੰਘ ਦੇ ਮਨ 'ਚੋਂ ਇਹ ਆਵਾਜ਼ ਨਿਕਲੀ ਕਿ ਜਿਨ੍ਹਾਂ ਨੂੰ ਮੈਂ ਚਾਹੁੰਦਾ ਉਹ ਮੈਨੂੰ ਨਹੀਂ ਚਾਹੁੰਦੇ, ਜਿਨ੍ਹਾਂ ਨੂੰ ਮੈਂ ਚਾਹੁੰਦਾ ਉਹ ਮੈਨੂੰ ਨਹੀਂ ਚਾਹੁੰਦੇ। ਤੇ ਜੇ ਇਸ ਤਰ੍ਹਾਂ ਕਹਿੰਦੇ ਮੇਰੀ ਇਹੋ ਜਿਹੀ ਹਾਲਤ ਹੈ, ਤੇ ਮਨ ਦੇ ਵਿੱਚ ਵਿਚਾਰ ਕਰਕੇ ਤੇ ਉਪਰੰਤ ਕਹਿਣ ਲੱਗੇ ਕਿ ਧੰਨ ਹੈ ਇਹ ਗੁਰੂ ਦਾ ਸਿੱਖ, ਧੰਨ ਸਿੱਖੀ, ਧੰਨ ਸਿੱਖੀ। ਇਸ ਤਰ੍ਹਾਂ ਮਹਾਰਾਜ ਨੇ ਆਪਣੇ ਮੁਖੋਂ ਆਖਿਆ ਕਿ ਹੇ ਗੁਰੂ ਰਾਮਦਾਸ ਪਾਤਸ਼ਾਹ, ਤੇਰੇ ਦਰ ਦੇ ਸਿੱਖ ਧੰਨ ਹਨ, ਧੰਨ ਹਨ। ਜੇ ਤੇਰੇ ਜਿਹਦੇ ਘਰ ਵਿੱਚ ਸਭ ਕੁਝ ਪਦਾਰਥ ਆ ਰਹੇ ਸਨ ਪਰ ਅੰਗੀਕਾਰ ਨਹੀਂ ਕੀਤੇ, ਇਹੋ ਜਿਹੇ ਤੇਰੇ ਸਦਕੀ ਸਿੱਖ ਹਨ। ਤੇ ਗੁਰੂ ਸਵਾਰਿਓ, ਇਹ ਹੈ ਲਾਲਚ ਤੋਂ ਰਹਿਤ ਇਨਸਾਨ, ਜਿਹਦੇ ਮਨ 'ਚ ਹੁਣ ਗੁਰੂ ਰਾਮਦਾਸ ਪਾਤਸ਼ਾਹ ਦਰ ਦਾ ਕੀਰਤਨੀਆ ਹੋਵੇ, ਕਿਸੇ ਪ੍ਰਕਾਰ ਦੀ ਕਮੀ ਨਹੀਂ ਰਹਿ ਸਕਦੀ ਹੈ। ਤੇ ਪਰ ਦੇਖੋ ਕਿੰਨੀ ਨਿਮਰਤਾ, ਸ਼ਰਧਾ, ਭਾਵਨਾ ਗੁਰੂ ਰਾਮਦਾਸ ਪਾਤਸ਼ਾਹ ਉੱਤੇ। ਤੇ ਗਰੀਬੀ ਗਦਾ ਹਮਾਰੀ, ਇਹਨਾਂ ਪੰਕਤੀਆਂ ਦੇ ਧਾਰਨੀ ਬਣ ਕੇ ਆਪਣੇ ਜੀਵਨ ਨੂੰ ਬਤੀਤ ਕੀਤਾ। ਪਰ ਇੱਕ ਪਾਸੇ ਗੁਰਮੁਖ ਹੈ, ਇੱਕ ਪਾਸੇ ਮਨਮੁਖ ਹੈ। ਜਿਸ ਮਨਮੁਖ ਨੇ ਲਾਲਚ ਲਾਗੇ ਜਨਮ ਗਵਾਇਆ, ਮਾਇਆ ਭਰਮ ਭੁਲਾਹੇਗਾ। ਲਾਲਚ ਵਿੱਚ ਲੱਗ ਕੇ ਆਪਣੇ ਮਨੁੱਖਾ ਜਨਮ ਨੂੰ ਗਵਾ ਲਿਆ। ਕਹਿੰਦੇ ਉਹਦੀ ਹਾਲਤ ਇਹੋ ਜਿਹੀ ਹੈ, ਕਹਿੰਦੇ ਮਾਇਆ ਦੇ ਵਿੱਚ ਭੁੱਲਿਆ ਫਿਰਦਾ, ਭਰਮ ਵਿੱਚ ਹੀ ਇਸ ਤਰ੍ਹਾਂ ਲੱਗਿਆ ਫਿਰਦਾ। ਇਸੇ ਤਰ੍ਹਾਂ ਆਪਣੇ ਮਨੁੱਖਾ ਜਨਮ ਵਿਅਰਥ ਗਵਾਜ ਲਵੇਗਾ। ਤੇ ਸਤਿਗੁਰੂ ਅਗਲੀ ਪੰਕਤੀ ਬਚਨ ਕਰਦੇ ਨੇ, ਕਹਿੰਦੇ ਧਨ ਜੋਬਨ ਕਾ ਗਰਬ ਨਾ ਕੀਜੈ, ਕਾਗਦ ਜਿਉ ਗਲ ਜਾਹੇਗਾ। ਧਨ ਜੋਬਨ, ਧਨ ਮਾਇਆ, ਜੋਬਨ ਜਵਾਨੀ, ਕਹਿੰਦੇ ਇਹਦਾ ਭਾਈ ਮਾਣ ਨਾ ਕਰ, ਹੰਕਾਰ ਨਾ ਕਰ। ਇਹ ਜੋਬਨਤਾ, ਇਹ ਤੇਰੀ ਧਨ ਸੰਪਦਾ ਇਸ ਤਰ੍ਹਾਂ ਹੈ ਜਿਵੇਂ ਕਹਿੰਦੇ ਕਾਗਜ਼ ਹੈ। ਕਾਗਜ਼ ਨੂੰ ਪਾਣੀ ਲੱਗ ਜਾਵੇ ਨਾ, ਪਾਣੀ ਨਾਲ ਕਹਿੰਦੇ ਕਾਗਜ਼ ਜਿਹੜਾ ਹੈ ਗਲ ਜਾਂਦਾ ਹੈ, ਸੜ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਕਹਿੰਦੇ ਜਦੋਂ ਇਹ ਜੀਵ ਤੈਨੂੰ ਆਪਣੀ ਜੋਬਨਤਾ ਦਾ, ਆਪਣੀ ਧਨ ਸੰਪਦਾ ਦਾ, ਭੂਮੀ ਦਾ ਮਾਣ ਹੋਵੇ, ਤੇਰੀ ਹਾਲਤ ਵੀ ਇਹੋ ਜਿਹੀ ਹੋਵੇ, ਤੂੰ ਕਾਗਜ਼ ਦੇ ਗਲ ਜਾਵੇਗਾ, ਸੜ ਜਾਵੇਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੋਂ ਤੱਕ ਬਚਨ ਕਰਦੇ ਨੇ, ਕਹਿੰਦੇ ਨੇ ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਜਿਹੜਾ ਆਪਣੀ ਧਨ ਭੂਮੀ ਦਾ ਮਾਣ ਕਰਦਾ, ਹੰਕਾਰ ਕਰਦਾ ਹੈ, ਸਤਿਗੁਰੂ ਕਹਿੰਦੇ ਉਹ ਮੂਰਖ ਹੈ, ਅੰਧਲਾ ਹੈ। ਉਹਦੇ ਨੇਤਰਾਂ ਵਿੱਚ ਵਿਚਾਰ ਰੂਪੀ ਨੇਤਰ ਨਹੀਂ ਹਨ, ਅਗਿਆਨੀ ਹੈ, ਬੇਸਮਝ ਹੈ, ਕਿਸੇ ਪ੍ਰਕਾਰ ਦੀ ਸੋਝੀ ਨਹੀਂ ਹੈ। ਜੇ ਪਰਮੇਸ਼ਰ ਨੇ ਧਨ ਸੰਪਦਾ ਦਿੱਤੀ ਹੈ, ਜੋਬਨਤਾ ਬਖਸ਼ਿਸ਼ ਕੀਤੀ ਹੈ, ਸਾਨੂੰ ਉਹ ਪ੍ਰਾਪਤ ਕਰਕੇ ਇਹ ਚੇਤੇ ਰੱਖਣਾ ਚਾਹੀਦਾ, ਸ਼ੁਕਰ ਕਰਨਾ ਚਾਹੀਦਾ ਗੁਰੂ ਦਾ ਕਿ ਸਤਿਗੁਰੂ ਜੀ ਤੁਸਾਂ ਨੇ ਸਾਡੇ ਉੱਤੇ ਤਰਸ ਕਰਕੇ ਸਾਨੂੰ ਇਹ ਦਾਤਾਂ ਦੇਣਾ ਕੀਤੀਆਂ ਨੇ। ਪਰ ਕਿਰਪਾ ਕਰਨੀ ਪਾਤਸ਼ਾਹ, ਸੀ ਦਾਤਾਂ ਵਿੱਚ ਐਸੇ ਖਚਤ ਨਾ ਹੋ ਜਾਈਏ ਕਿ ਦਾਤਾਂ ਨੂੰ ਪ੍ਰਾਪਤ ਕਰਕੇ ਦਾਤਾਂ ਦੇਣ ਵਾਲੇ ਦਾਤੇ ਨੂੰ ਵਿਸਾਰ ਦਈਏ, ਭੁਲਾ ਦਈਏ। ਬਹੁਤ ਤਦਾਰ 'ਚ ਸਾਡੀ ਹਾਲਤ ਇਹੋ ਜਿਹੀ ਹੋ ਚੁੱਕੀ ਹੈ ਕਿ ਜਿਸ ਪ੍ਰਭੂ ਪਾਸੋਂ, ਗੁਰੂ ਪਾਸੋਂ ਸਾਨੂੰ ਦਾਤਾਂ ਮਿਲਦੀਆਂ ਨੇ, ਉਸ ਗੁਰੂ ਨੂੰ ਆਪਾਂ ਵਿਸਾਰ ਦਿੰਦੇ ਹਾਂ, ਭੁਲਾ ਦਿੰਦੇ ਹਾਂ। ਜਿਵੇਂ
गुरु साहिबान दे चरणां 'च बेनती कीती कि सतगुरु सानू बच्चे दी दात बख्शो, सतगुरु मैनू पोतरे दी दात बख्शो। ते गुरु ने रहमत कर दिती। घर च पोतरे ने जन्म लै लिया, पुत्र ने जन्म लै लिया। जन्म होया, जन्म वेले खुशियां मनाइयां गईयां, लोहड़ी मनाई गई। ते बच्चियां दे ओ खंड पाठ, सहज पाठ या सुखनी साहिब इत्यादि कीर्तन होए, कथा होई। चंगी गल है कि अपने गुरु नूं चेते करना, गुरु नूं सजदा करना, गुरु दा शुकराना करना, ये चंगी गल है। पर माफ करना, जदों सब कुछ गुरु ग्रंथ साहिब महाराज अपने घर दे विच आ जाण, सचखंड गुरुद्वारा साहिब आ जांदे ने, ते उदों उसे ही कमरे विच फिर कुर्सियां लगदियां, टेबल लगदे ने, उसे ही कमरे विच फिर गुरमत तो उल्ट कर्म होण लग पैंदा, जो साडे गुरु साहिबान जी ने सानू इनकार किया कि सिख ने ये कर्म नहीं करने हैं। विखावे मातरे का मतलब कि लोग विखावे हित ये कर्म कर लिया, अखंड पाठ, सहज पाठ इत्यादि ये सारे कर्म कर ले, लोक विखावे मत। पर बाद विच जिहड़ी मत जिहड़ी है उही दुरमत मत, खोटी मत रही है। जिहड़ी वो मत, जिहड़ी मत नूं सानू सतगुरू ने आख्या कि ये मत तैं सिखा स्वीकार नहीं करनी, ये मत नूं त्यागना है। उत्थे उसे ही कमरे विच फिर गुरु साहिब शराब उड्डण लग पई, अनेकां जीवां दा जीव हत्या होण लग पई, इहो जे कर्म होण लग पे, जिस करके सानू फिर गुरु दीयां इंज खुशियां नहीं नसीब हो सकदियां ने। दातां विच ऐसा जीव खचत हो जांदा कि दाते नूं विसार दिंदा कि दाते ने जिस लई सानू संसार 'च भेजिया, जिस दाते दी कृपा नाल साडा मनुखा जन्म मिलिया, उस दाते दा आपां शुक्र ही नहीं करदे, ना शुक्रे बन के फिर कित्थों गुरु सवारे सानू गुरु दीयां खुशियां मिलनियां ने। दातां प्राप्त करके दाते दा धन्नवाद करो। जिन्ना असी गुरु का धन्नवाद कर लवांगे वो थोड़ा है। जिंदगी का कोई भरोसा नहीं है। बरखा पई होवे ना धरती उत्ते, पानी इकट्ठा हो जाता, कच्ची थां होवे ते कई बारी उत्थे तिलकण हो जाती है, ते बंदा अपने जिहड़े पैर ना फूक फूक के पैर कदम रखता है, किते मैं तिलक के डिग ना जावां, मेरे वस्त्र खराब ना हो जाण, फूक फूक के पैर। कई बार आपां देखदे, कई बारी मनुख तिलक के डिग भी जाता है, डिग्गिया तो सब को लिबड़, सट चोट भी लगती है, वस्त्र भी लिबड़ जाते हैं। जिंदगी भी एक तिलकणबाजी है गुरु सवारे। अज जी रहे हैं तो कल नूं पता नहीं की होना। अज असी जी रहे हैं, सुख भोग रहे हैं, आनंद भोग रहे हैं, तो कल नूं पता नहीं किहो जिहा समा आना। हो सकता कि आपां कल दी सवेर देखनी कि नहीं देखनी है, जां सूरज डुबदा देखना कि नहीं देखना है। अजकल तो इहो जिहियां खेडां वरतदियां ने कि जीव कोल गल बैठे गल्लां मारदे हुंदे ने, साइलेंट अटैक हुंदा ते उदों ही जीव दे जिहड़ा खत्म हो जाता क्षण मात्र दे विच। फिर माण काहदा? माण नहीं करना। ते पातशाह कहते धन जोबन का गर्व ना कीजै। अपनी जोबनता दा, धन संपदा दा, प्रॉपर्टी दा कहते गर्व ना कर, हंकार ना कर। माया कागद जियों गल जाहेगा तेरी, कहते जिस तरह कागद गल जाता पानी लगन दे नाल, इसे तरह विषय विकारां रूपी पानी लगन दे नाही जिवें तेरा जीवन गल जाएगा, सड़ जाएगा। तू अपने मनुखा जन्म सामभना कर। किवें सामभना है? तो पातशाह जी रंभता विच बचन करते हैं, कहते राम सिमर पछताहेगा मन, पापी जियरा लोभ करत है, आज काल उठ जाहेगा। कहते हे मन राम सिमर, प्रभु नूं सिमर।
ਰਮੰਤੀ ਰਾਮ ਨੂੰ ਸਿਮਰ, ਪਛਤਾਹੇਂਗਾ ਜੇ ਤੈਂ ਨਹੀਂ ਸਿਮਰਿਆ ਨਾ, ਅੰਤ ਵੇਲੇ ਤੈਨੂੰ ਪਛਤਾਪ ਕਰਨਾ ਪਵੇਗਾ। ਅੰਤ ਵੇਲੇ ਤੂੰ ਪਛਤਾਵੇਗਾ ਕਿ ਇੰਨਾ ਸੋਹਣਾ ਮਨੁੱਖਾ ਜਨਮ ਮਿਲਿਆ ਸੀ ਤੇ ਇਸ ਮਨੁੱਖਾ ਜਨਮ ਨੂੰ ਮੈਂ ਵਿਅਰਥ ਗਵਾ ਦਿੱਤਾ। ਤਾਂ ਇਹ ਸਤਿਗੁਰੂ ਕਹਿੰਦੇ ਨੇ, ਕਹਿੰਦੇ ਰਾਮ ਸਿਮਰ, ਰਾਮ ਸਿਮਰ, ਇਹ ਹੈ ਤੇਰਾ ਕਾਜ ਹੈ। ਮਾਇਆ ਕੋ ਸੰਗ ਤਿਆਗ, ਪ੍ਰਭ ਜੂ ਕੀ ਸ਼ਰਨ ਲਾਗ। ਜਗਤ ਸੁਖ ਮਾਨ ਮਿਥਿਆ, ਝੂਠੋ ਸਭ ਸਾਜ ਹੈ। ਕਹਿੰਦੇ ਇਹ ਸਾਰਾ ਸਾਜ ਝੂਠਾ ਹੈ ਜੋ ਕੁਝ ਵੀ ਹੈ। ਕਹਿੰਦੇ ਅਸਲ ਜਿਹੜਾ ਜ਼ਿੰਦਗੀ ਦਾ ਕਾਰਜ ਹੈ ਇਹ ਹੈ ਉਸ ਰਮੰਤੀ ਰਾਮ ਨੂੰ ਸਿਮਰਨਾ, ਪ੍ਰਭੂ ਨੂੰ ਚੇਤੇ ਕਰਨਾ। ਦੇਖੋ ਜਦੋਂ ਪੰਛੀ ਅੰਡਿਆਂ ਵਿੱਚੋਂ ਪੰਛੀ ਪੈਦਾ ਹੁੰਦੇ ਨੇ, ਅੰਡਿਆਂ 'ਚੋਂ ਪੰਛੀ ਪੈਦਾ ਹੋਏ, ਉਹ ਜੰਮਦੇ ਹੀ ਪੰਛੀ ਚੀਂ ਚੀਂ ਕਰਨ ਲੱਗ ਪੈਂਦੇ ਨੇ। ਭਾਵ ਉਹ ਕਰਤਾਰ ਦੀ ਸਿਫਤ ਕਰਦੇ, ਵਡਿਆਈ ਕਰਦੇ ਨੇ। ਜਦੋਂ ਕੋਈ ਪਸ਼ੂ ਪੈਦਾ ਹੁੰਦਾ ਹੈ, ਪਸ਼ੂ ਪੈਦਾ ਹੁੰਦਾ ਤੇ ਪਸ਼ੂ ਜਦੋਂ ਸੰਸਾਰ 'ਚ ਉਹਦੇ ਬੱਚੇ ਜਨਮ ਲੈਂਦੇ ਨੇ ਤੇ ਉਦੋਂ ਉਹ ਸ਼ਾਂਤ ਰਹਿੰਦੇ ਨੇ, ਬਿਲਕੁਲ ਨਹੀਂ ਬੋਲਦੇ। ਪਰ ਜਦੋਂ ਜੀਵ ਪੈਦਾ ਹੁੰਦਾ ਸੰਸਾਰ 'ਚ, ਮਨੁੱਖ ਪੈਦਾ ਹੁੰਦਾ, ਚਾਹੇ ਇਸਤਰੀ ਰੂਪ 'ਚ ਚਾਹੇ ਪੁਰਸ਼ ਰੂਪ ਦੇ ਵਿੱਚ, ਫਿਰ ਇਹ ਜੀਵ ਰੋਂਦਾ ਹੈ। ਇਹ ਰੋਣ ਦਾ ਕਾਰਨ ਕੀ ਹੈ? ਤੇ ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਨੇ, ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੜ੍ਹਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੀ ਇਹ ਲਿਖਿਆ ਗਿਆ ਹੈ ਕਿ ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ ਸੀ ਨਾ, ਤੇ ਜੀਵ ਦੀ ਉਸ ਮਾਲਕ ਪ੍ਰਭੂ ਨਾਲ ਸੁਰਤੀ ਜੁੜੀ ਹੋਈ ਸੀ, ਇਕਾਗਰ ਚਿੱਤ ਸੀ ਜੀਵ, ਤੇ ਉਸ ਵਾਹਿਗੁਰੂ ਦਾ ਜੀਵ ਸਿਮਰਨ ਵਿੱਚ ਸੀ। ਪਰ ਜਦੋਂ ਜਨਮ ਲਿਆ, ਕਿਉਂਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅੰਮ੍ਰਿਤ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਵ ਦੂਜਾ ਲਾਇਆ। ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿੰਨੀ ਵਿੱਚੇ ਮਾਇਆ ਪਾਇਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਬਚਨ ਨੇ। ਤੇ ਇਹੀ ਗਵਾਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਦਿੰਦੇ ਨੇ। ਕਹਿੰਦੇ ਜਦੋਂ ਫਿਰ ਜਨਮ ਲੈ ਲਿਆ ਨਾ, ਜਨਮ ਲੈ ਕੇ ਕਹਿੰਦੇ ਫਿਰ ਅਸਲ ਵਿੱਚ ਰੋਣ ਦਾ ਕਾਰਨ ਇਹ ਹੈ ਕਿ ਜੀਵ ਦੇ ਹੱਥ ਕਹਿੰਦੇ ਰਤਨ ਲੱਗਿਆ ਹੁੰਦਾ ਹੈ। ਰੋਵੈ ਰਤਨ ਗਵਾਏ ਕੈ, ਹੱਸ ਹੱਸ ਕਰੈ ਸਭ ਪਰਿਵਾਰਾ। ਕਹਿੰਦੇ ਜੀਵ ਜਦੋਂ ਰਤਨ ਕਿਹੜਾ ਕਿ ਮਨ ਦੀ ਜਿਹੜੀ ਇਕਾਗਰਤਾ ਜੀਵ ਦੀ ਮਾਤਾ ਦੇ ਗਰਭ ਵਿੱਚ ਬਣੀ ਹੁੰਦੀ ਸੀ, ਤੇ ਜੀਵ ਉਦੋਂ ਉਸ ਮਾਲਕ ਇੱਕ ਮਿਕ। ਪਰ ਜਦੋਂ ਜਨਮ ਲਿਆ ਨਾ, ਸੰਸਾਰ 'ਚ ਆ ਗਿਆ, ਜੀਵ ਰੋਇਆ, ਵਿਛੋੜਾ ਪਿਆ, ਜਿਹੜੀ ਲਿਵ ਟੁੱਟ ਗਈ। ਕਹਿੰਦੇ ਫਿਰ ਆਵਾਜ਼ ਆਈ, ਹੁਣ ਰੋ ਰਿਹਾ ਹੈ ਮਾਂ ਦੇ ਦੁੱਧ ਨੂੰ। ਪਹਿਲੇ ਪੈਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਵੀ। ਇਸ ਤਰ੍ਹਾਂ ਫਿਰ ਕਹਿੰਦੇ ਆਪਣੇ ਪਰਿਵਾਰ ਨੂੰ ਰੋਣ ਲੱਗ ਪਿਆ, ਬੱਚਿਆਂ ਨੂੰ ਰੋਣ ਲੱਗ ਪਿਆ। ਵੱਡਾ ਹੋ ਗਿਆ ਤੇ ਵਿਆਹ ਨੂੰ ਰੋਣ ਲੱਗ ਪਿਆ, ਵਿਆਹ ਵੀ ਹੋ ਗਿਆ ਤੇ ਅੱਗੇ ਬੱਚੇ ਹੋ ਗਏ, ਫਿਰ ਰੋਣ ਲੱਗ ਪਿਆ। ਅੰਤ ਤੱਕ ਰੋਂਦਾ ਗਿਆ, ਅੰਤ ਤੱਕ ਰੋਂਦਾ ਗਿਆ। ਕਹਿੰਦੇ ਫਿਰ ਜਦੋਂ ਸਤ ਸੰਗਤ ਵਿੱਚ ਆ ਕੇ ਜੀ ਬੈਠਦਾ, ਕਹਿੰਦੇ ਉਦੋਂ ਵੀ ਰੋਂਦਾ ਹੈ। ਗੁਰੂ ਕੀ ਸੰਗਤ ਜਾਂ ਬੈਠੇ ਆ ਨਾ, ਅਸੀਂ ਵੀ ਰੋ ਰਹੇ ਹਾਂ। ਪਰ ਰੋ ਕਾਹਦੇ ਲਈ? ਜਿਹੜਾ ਆਪਾਂ ਪਹਿਲੀ ਵਾਰੀ ਰੋਏ ਸੀ ਨਾ, ਜਦੋਂ ਸਾਡੀ ਉਸ ਪਰਮਾਤਮਾ ਨਾਲ ਬੜੀ ਲਿਵ ਜੁੜੀ ਹੋਈ ਸੀ, ਤੇ ਉਸ ਬਿਰਤੀ ਨੂੰ ਆਪਾਂ ਦੁਬਾਰਾ ਪ੍ਰਾਪਤ ਕਰਨ ਲਈ ਰੋ ਰਹੇ ਹਾਂ ਕਿ ਪਰਮਾਤਮਾ, ਹੇ ਗੁਰੂ ਜੀ ਸਾਡੇ ਉੱਤੇ ਬਖਸ਼ਿਸ਼ ਕਰੋ, ਤਾਂ ਕਿ ਸਾਨੂੰ ਉਹ ਜਿਹੜੀ ਬਿਰਤੀ ਹੈ ਪਹਿਲਾਂ ਵਾਲੀ, ਜਦੋਂ ਸਾਡਾ ਜਨਮ ਹੋਣ ਤੋਂ ਪਹਿਲਾਂ ਵਾਲੀ ਬਿਰਤੀ ਸਾਡੀ ਸੀ, ਸਾਨੂੰ ਉਹ ਬਿਰਤੀ ਪ੍ਰਾਪਤ ਹੋ ਜਾਵੇ। ਕਹਿੰਦੇ ਪਰਿਵਾਰ ਦੇ ਜੀਵ ਤਾਂ ਖੁਸ਼ੀਆਂ ਮਨਾਉਂਦੇ ਨੇ, ਕੋਈ ਮਾਂ ਬਣਿਆ, ਕੋਈ ਪਿਤਾ ਬਣਿਆ, ਕੋਈ ਭਰਾ ਬਣਿਆ, ਕੋਈ ਭੈਣ ਬਣੀ, ਕੋਈ ਭੂਆ ਬਣੀ, ਕੋਈ ਕੁਝ ਬਣਿਆ, ਕੁਝ ਬਣਿਆ। ਇਹ ਸਾਰੇ ਰਿਸ਼ਤੇਦਾਰ ਤਾਂ ਖੁਸ਼ੀ ਮਨਾ ਰਹੇ ਨੇ, ਜਿੰਨੇ ਰਿਸ਼ਤੇ ਨੇ।
कहते पर ओ रोवै रतन गवा के, भाई गुरदास जी कहते ने नाम रूपी रतन नूं गवा के जिहड़ी ओ सुरती केंद्रित सी ਉਹਨੂੰ ਗਵਾ ਕੇ ਕਹਿੰਦੇ ਇਹ ਜੀਵ ਕਹਿੰਦੇ ਫਿਰ ਰੋਂਦਾ ਸਾਰੀ ਜ਼ਿੰਦਗੀ ਰੋਂਦਾ ਰਹਿੰਦਾ। ਪਰ ਉਹ ਰੋਣਾ ਜਿਸ ਰੋਣੇ ਦੇ ਰਾਹੀਂ ਸਾਨੂੰ ਗੁਰੂ ਦੀ ਪ੍ਰਸੰਨਤਾ ਮਿਲਣੀ ਸੀ, ਅਸੀਂ ਗੁਰੂ ਨਾਲ ਇੱਕਮਿਕ ਹੋਣਾ ਸੀ, ਪ੍ਰਭੂ ਨਾਲ ਇੱਕਮਿਕ ਹੋਣਾ ਸੀ, ਅਸਲ ਵਿੱਚ ਉਹ ਰੋਣਾ ਜੀਵ ਨੂੰ ਨਸੀਬ ਨਹੀਂ ਹੋਇਆ। ਕਿਸੇ ਬਿਰਲੇ ਨੂੰ ਨਸੀਬ ਹੁੰਦਾ ਹੈ। ਜਿਨ੍ਹਾਂ ਨੂੰ ਨਸੀਬ ਹੋ ਗਿਆ ਨਾ, ਫਿਰ ਉਹ ਗੁਰੂ ਸਵਾਰਿਓ ਸੰਸਾਰ ਘਰ ਵਿੱਚ ਰਹਿੰਦਿਆਂ ਹੋਇਆਂ ਆਪਣੇ ਜੀਵਨ ਦਾ ਨਿਰਵਾਹ ਵੀ ਕਰਦੇ ਨੇ ਤੇ ਨਾਲ ਨਾਲ ਉਸ ਪ੍ਰਭੂ ਪਰਮਾਤਮਾ ਦੇ ਗੁਣਾਂ ਦਾ ਗਿਆਨ ਕਰਦੇ ਹਨ। ਰਹਿੰਦੇ ਸੰਸਾਰ ਦੇ ਵਿੱਚ ਨੇ, ਕਾਰ ਵਿਹਾਰ ਕਰਦੇ ਨੇ, ਪਰ ਸੁਰਤੀ ਕਰਕੇ ਉਸ ਮਾਲਕ ਨਾਲ ਬਿਲਕੁਲ ਇੱਕਮਿਕ ਹੁੰਦੇ ਹਨ। ਤੇ ਸਤਿਗੁਰੂ ਕਹਿੰਦੇ ਨੇ, ਭਗਤ ਕਬੀਰ ਸਾਹਿਬਾਨ ਜੀ ਕਹਿੰਦੇ ਇਹ ਮਨੁੱਖਾ ਜਨਮ ਮਿਲਿਆ ਹੀ ਕਹਿੰਦੇ ਮਾਲਕ ਦੀ ਇਬਾਦਤ ਕਰਨ ਵਾਸਤੇ। ਕਹਿੰਦੇ ਹੇ ਮਨ ਰਾਮ ਸਿਮਰ, ਰਾਮ ਸਿਮਰ, ਉਸ ਰਮੰਤੀ ਰਾਮ ਨੂੰ ਸਿਮਰ, ਪਛਤਾਹੇਗਾ। ਜੇ ਨਹੀਂ ਸਿਮਰਿਆ ਫਿਰ ਤੈਨੂੰ ਪਛਤਾਤਾਪ ਕਰਨਾ, ਅੰਤ ਵੇਲੇ ਤੂੰ ਪਛਤਾਤਾਪ ਕਰੇਗਾ। ਜਿਵੇਂ ਗੁਰੂ ਸਾਹਿਬਾਨ ਦੇ ਬਚਨ ਨੇ, ਕਹਿੰਦੇ ਸਤਿਗੁਰੂ ਕਹਿੰਦੇ ਨੇ ਹਰ ਜਸ ਰੇ ਮਨਾ ਗਾਏ ਲੈ, जो संगी है तेरो अवसर बीत्यो जात है, कहो मान ल मेरो, संपत रतन राज स्यों अत नेहो लगायो, काल फास जब गल परी सब भयो परायो। अखीर ते कहते ने बचन करते हैं गुरु तेग बहादुर पातशाह, कह संपत रतन राज स्यों अत नेहो लगायो, काल फास जब गल परी सब भयो परायो, जिह विद गुर उपदेसिया सो सुन रे भाई, नानक कहत पुकार कै गोह प्रभ शरणाई। कहते प्रभु की शरण तक लै, गोह पकड़ ना कर, प्रभु की शरण पकड़। ਕਹਿੰਦੇ ਬਸ ਜੇ ਪ੍ਰਭੂ ਦੀ ਸ਼ਰਨ ਤੱਕ ਲਈ ਚਰਨਾਂ ਦਾ ਭੋਰਾ ਬਣ ਗਿਆ ਇਹ ਜੀਵ, ਫਿਰ ਤੇਰਾ ਜੀਵਨ ਸਫਲਾ ਹੋ ਜਾਵੇਗਾ, ਫਿਰ ਤੈਨੂੰ ਨਹੀਂ ਰੋਣਾ ਪਵੇਗਾ, ਅੰਤ ਵੇਲੇ ਪਛਤਾਤਾਪ ਨਹੀਂ ਕਰਨਾ ਪਵੇਗਾ। ਤੂੰ ਹੁਣੇ ਹੀ ਸਿਮਰ, ਬਾਰ ਬਾਰ ਚੇਤੇ ਕਰ ਉਸ ਮਾਲਕ ਨੂੰ, ਕਿਉਂਕਿ ਸਾਨੂੰ ਸਤਿਗੁਰੂ ਇਸ ਕਰਕੇ ਆਖਿਆ ਨਾ ਕਿ ਸਿੱਖਾ ਤੂੰ ਹਰ ਸਮੇਂ ਉਸ ਮਾਲਕ ਦਾ ਸਿਮਰਨ ਕਰ, ਤੇਰਾ ਇੱਕ ਵੀ ਸਾਹ ਉਸ ਮਾਲਕ ਦੇ ਨਾਮ ਤੋਂ ਬਿਨਾਂ ਵਿਅਰਥ ਨਾ ਜਾਵੇ। ਕਿਉਂਕਿ ਉਹ ਪਰਮਾਤਮਾ ਜਿਹੜਾ ਸਰਵ ਸ਼ਕਤੀਮਾਨ ਹੈ, ਬੇਅੰਤ ਹੈ, ਉਹਦਾ ਕੋਈ ਹੱਦ ਬਣਾ ਨਹੀਂ ਪਾ ਸਕਦਾ। ਪਰ ਹਾਂ ਉਸ ਮਾਲਕ ਨਾਲ ਜੁੜਿਆ ਜ਼ਰੂਰ ਜਾ ਸਕਦਾ ਜੇ ਆਪਾਂ ਉਸ ਮਾਲਕ ਨੂੰ ਸੁਬਾਹ ਅਤੇ ਸ਼ਾਮ ਚੇਤੇ ਕਰੀਏ, ਉਹਦੀ ਇਬਾਦਤ ਕਰੀਏ ਨਾ, ਤੇ ਅਸੀਂ ਮਾਲਕ ਵਾਹਿਗੁਰੂ ਦੇ 'ਚ ਇੱਕਮਿਕ ਹੋ ਸਕਦੇ ਹਾਂ। ਤੇ ਸਤਿਗੁਰੂ ਕਹਿੰਦੇ ਉਸ ਹਰਮੰਤੀ ਰਾਮ ਨੂੰ ਸਿਮਰ ਭਾਈ, ਹੇ ਮਨ ਸਿਮਰ। ਜੇ ਨਹੀਂ ਸਿਮਰਿਆ ਫਿਰ ਕੀ ਹੋਵੇਗਾ? ਪਛਤਾਹੇਗਾ, ਅੰਤ ਵੇਲੇ ਤੈਨੂੰ ਪਛਤਾਤਾਪ ਕਰਨਾ ਪਵੇਗਾ। ਉਦੋਂ ਝੂਰਦਾ ਹੀ ਸੰਸਾਰ ਤੋਂ ਕੂਚ ਕਰ ਜਾਵੇਗਾ। ਤੇਰੀ ਹਾਲਤ ਪਤਾ ਕੈਸੀ ਹੈ? ਕਹਿੰਦੇ ਪਾਪੀ ਜੀਅਰਾ ਲੋਭ ਕਰਤ ਹੈ, ਆਜ ਕਾਲ ਉੱਠ ਜਾਹੇਗਾ। ਪਾਪੀ ਜੀਅਰਾ, ਕਮਜ਼ੋਰ ਜਿਹੜਾ ਦਿਲ ਵਾਲਾ ਪਾਪੀ ਜੀਵ, ਕਹਿੰਦੇ ਨੇ ਇਹ ਕੀ ਕਰਦਾ? ਲੋਭ ਕਰਤਾ, ਲੋਭ ਲਾਲਚ। ਦਾਸ ਨੇ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੋ ਸ਼ਬਦ ਆਉਂਦੇ ਨੇ, ਇੱਕ ਲੱਭ ਇੱਕ ਲੋਭ, ਤੇ ਦੋਨਾਂ ਦੇ ਅਰਥਾਂ ਦਾ ਫਰਕ ਹੈ। ਜਦੋਂ ਲੱਭ ਸ਼ਬਦ ਆ ਗਿਆ, ਲੱਲਾ ਬੱਬੇ ਨੂੰ ਕੜ ਲੱਭ, ਇੱਥੇ ਜੀਵ ਦੇ ਚਸਕਿਆਂ ਦੀ ਗੱਲ ਆ ਜਾਣੀ ਹੈ, ਜੀਵ ਦੇ ਚਸਕੇ। ਜਦੋਂ ਲੋਭ ਸ਼ਬਦ ਆ ਜਿਹੜਾ ਹੁਣ ਆ ਰਿਹਾ, ਲੋਭ ਇੱਥੇ ਪਦਾਰਥਾਂ ਦਾ ਲੋਭ, ਲਾਲਚ, ਇਹਦੀ ਅਰਥ ਬਣ ਲਾਲਚ। ਜਿਵੇਂ ਸਤਿਗੁਰੂ ਕਹਿੰਦੇ ਨੇ, ਲੱਭ ਕੁੱਤਾ ਚੂੜ ਟੂ ਕੂੜਾ, ਠਾ ਖਾਧਾ ਮੁਰਦਾਰ, ਪਰ ਨਿੰਦਾ ਪਰਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਇੱਥੇ ਲੱਭ ਸ਼ਬਦ ਵਰਤਿਆ ਜੀਵ ਦੇ ਚਸਕਿਆਂ ਵਾਸਤੇ।
ਤੇ ਇੱਥੇ ਲੋਭ ਜਿਹੜਾ ਹੈ, ਪਦਾਰਥਾਂ ਦਾ ਲੋਭ ਕਰਨਾ, ਮਾਇਆ ਦਾ ਲੋਭ ਕਰਨਾ, ਕਹਿੰਦੇ ਇਹਦੇ ਵਿੱਚ ਹੀ ਜੀਵ ਲੱਗਿਆ, ਇਹੀ ਜੀਵ ਕਰਦਾ ਫਿਰਦਾ ਹੈ। ਪਰ ਜੀਵ ਨੂੰ ਇਹ ਨਹੀਂ ਪਤਾ ਕਿ ਆਜ ਕੱਲ ਉੱਠ ਜਾਹੇਗਾ, ਅੱਜ ਨਹੀਂ ਤਾਂ ਕੱਲ ਇਸ ਸੰਸਾਰ ਨੂੰ ਛੱਡ ਕੇ ਮੈਂ ਚਲਿਆ ਜਾਣਾ ਹੈ, ਥਿਰ ਨਹੀਂ ਰਹਿਣਾ। ਕਿਉਂਕਿ ਵੱਡੇ ਵੱਡੇ ਚਲੇ ਗਏ, ਰਾਣਾ ਰਾਓ ਨਾ ਕੋ ਰਹਿ ਰੰਗ ਨ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਕਿਹੜਾ ਰਿਹਾ ਸੰਸਾਰ 'ਚ? ਸਿਕੰਦਰ ਜੈਸੇ ਬਾਦਸ਼ਾਹ ਜਿਨ੍ਹਾਂ ਨੇ ਸਾਰੇ ਸੰਸਾਰ ਦਿਗਵਿਜੇ ਪ੍ਰਾਪਤ ਕਰ ਲਈ, ਉਹ ਵੀ ਸੰਸਾਰ ਤੋਂ ਚਲੇ ਗਏ। ਜਿਹੜੇ ਕਹਿੰਦੇ ਨਾ ਦਿਨੇ ਮਰਾਂ ਨਾ ਰਾਤ ਨੂੰ, ਅੰਦਰ ਨਾ ਮਰਾਂ ਨਾ ਬਾਹਰ ਮਰਾਂ ਇਤਿਆਦਿ ਕੇ ਵਰਲੇ ਹੋਏ ਸਨ, ਉਹ ਹਰਨਾਖਸ ਜੈਸੇ ਚਲੇ ਗਏ। ਸਾਰੇ ਚਲੇ ਗਏ ਨਾ, ਕੋਈ ਥਿਰ ਨਹੀਂ। ਰੱਬ ਦੇ ਪਿਆਰੇ ਭਗਤ ਸਾਹਿਬਾਨ ਆਏ, ਗੁਰੂ ਸਾਹਿਬਾਨ ਜੀ ਆਏ ਨੇ, ਅਵਤਾਰੀ ਪੁਰਸ਼ ਆਏ ਨੇ, ਉਹ ਵੀ ਚਲੇ ਗਏ। ਜਾਣਾ ਹਰ ਇੱਕ ਨੇ, ਪਰ ਜਿੰਨਾ ਸਮਾਂ ਮਿਲਿਆ ਉਹ ਰੱਬ ਦੇ ਪਰੇ ਭਗਤ ਜਨਾਂ ਨੇ, ਗੁਰੂ ਸਾਹਿਬਾਨਾਂ ਨੇ ਸਾਨੂੰ ਜੀਵਨ ਜਾਂਚ ਸਿਖਾ ਦਿੱਤੀ, ਕਿਸ ਤਰ੍ਹਾਂ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ। ਆਹ ਤਰੀਕਾ ਹੈ, ਇਸ ਤਰੀਕੇ ਨਾਲ ਜੀਵਨ ਬਤੀਤ ਕਰਨਾ ਹੈ। ਜਿਸ ਤਰੀਕੇ ਨਾਲ ਤੁਸੀਂ ਜੀਵਨ ਬਤੀਤ ਕਰੋਗੇ, ਤੁਸੀਂ ਮਾਲਕ ਦੇ ਦਰ ਤੋਂ ਪ੍ਰਵਾਨ ਹੋ ਜਾਣਗੇ। ਨਹੀਂ ਤਾਂ ਰੋਵੈ ਰਤਨ ਗਵਾਏ ਕੈ, ਮਨੁੱਖਾ ਜਨਰੂਪੀ ਰਤਨ ਨੂੰ ਗਵਾ ਕੇ ਫਿਰ ਰੋਣਾ ਹੀ ਪਵੇਗਾ। ਰੋਂਦ ਸਾਰੀ ਜ਼ਿੰਦਗੀ ਰੋਂਦਾ ਰਹੇਗਾ, ਬਾਰ ਬਾਰ ਜੰਮੇਗਾ ਤੇ ਮਰੇਗਾ। ਇਹ ਸਿਲਸਿਲਾ ਫਿਰ ਲਗਾਤਾਰ ਜਾਰੀ ਰਹੇਗਾ। ਜੇ ਤੂੰ ਚਾਹੁੰਦਾ ਨਾ ਕਿ ਮੇਰਾ ਰੋਣਾ ਮੁੱਕ ਜਾਵੇ, ਮੈਂ ਰੋਵਾਂ ਜ਼ਰੂਰ, ਪਰ ਰੋਵਾਂ ਪਰਮੇਸ਼ਰ ਦੇ ਲਈ, ਰੋਵਾਂ ਗੁਰੂ ਦੇ ਲਈ, ਗੁਰੂ ਦੀ ਯਾਦ ਵਿੱਚ। ਕਹਿੰਦੇ ਉਹੋ ਜਿਹਾ ਰੋਣਾ ਰੋਣਾ ਨਾ, ਕਹਿੰਦੇ ਫਿਰ ਤੂੰ ਉਸ ਮਾਲਕ ਦਾ ਸਿਮਰਨ ਕਰ, ਉਸ ਮਾਲਕ ਨਾਲ ਇੱਕਮਿਕ ਹੋਣਾ ਕਰ। ਆਪਣੇ ਅੰਦਰੋਂ ਲਾਲਚ ਛੱਡ ਦੇ, ਪਾਪ ਕਰਨੇ ਛੱਡ ਦੇ। ਇਹ ਚੇਤੇ ਰੱਖ ਕੇ ਅੱਜ ਨਹੀਂ ਤਾਂ ਕੱਲ ਮੈਂ ਸੰਸਾਰ ਤੋਂ ਉੱਠ ਕੇ ਚਲਿਆ ਜਾਣਾ, ਭਾਵ ਇੱਕ ਦਿਨ ਮੇਰੀ ਮੌਤ ਹੋਣੀ ਹੈ। ਇਸ ਗੱਲ ਨੂੰ ਤੂੰ ਚੇਤੇ ਰੱਖ, ਆਪਣੇ ਪੱਲੇ ਬੰਨ੍ਹ ਲੈ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਦੀਆਂ ਤੁਕਾਂ ਸੁਣ ਲੈਂਦੇ ਆ, ਤੇ ਮਾਫ ਕਰਨਾ ਪਤਾ ਸਾਨੂੰ ਸਾਰਿਆਂ ਨੂੰ ਲੱਗ ਜਾਂਦਾ ਕਿ ਆਪਾਂ ਮਰਨਾ ਇੱਕ ਦਿਨ। ਥੋੜ੍ਹੇ ਸਮੇਂ ਲਈ ਆਪਾਂ ਮੰਨਦੇ ਵੀ ਕਿ ਇੱਕ ਦਿਨ ਆਪਾਂ ਮਰ ਕੇ ਜਾਣਾ, ਸੰਸਾਰ ਨੂੰ ਛੱਡ ਕੇ ਜਾਣਾ, ਪਰ ਫਿਰ ਭੁੱਲ ਜਾਂਦੇ ਆ। ਪਰ ਜਿਨ੍ਹਾਂ ਦੇ ਅੰਦਰ ਗੁਰਬਾਣੀ ਦੀਆਂ ਚੋਟਾਂ ਲੱਗਦੀਆਂ ਨਾ, ਉਹ ਵਾਰ-ਵਾਰ ਫਿਰ ਗੁਰਬਾਣੀ ਦਾ ਸਹਾਰਾ ਲੈਂਦੇ ਨੇ ਕਿ ਨਹੀਂ, ਇੱਕ ਦਿਨ ਸੰਸਾਰ ਘਰ ਨੂੰ ਛੱਡ ਕੇ ਜਾਣਾ। ਹੋ ਸਕਦਾ ਹੈ ਜਿਹੜਾ ਆਪਾਂ ਸਾਹ ਲੈ ਰਹੇ ਹਾਂ ਇਹ ਸਾਡਾ ਅਖੀਰਲਾ ਸਾਹ ਹੋਵੇ। ਉਹ ਇਸ ਤਰ੍ਹਾਂ ਫਿਰ ਹਰੇਕ ਸਾਹ ਦੇ ਰਾਹੀਂ ਆਪਣੇ ਗੁਰੂ ਨੂੰ, ਆਪਣੇ ਪਰਮੇਸ਼ਰ ਨੂੰ ਚੇਤੇ ਕਰਦੇ ਹਨ ਤੇ ਆਪਣੇ ਮਨੁੱਖਾ ਜਨੂੰ ਉਹ ਜੀਵਨ ਸਫਲਾ ਕਰ ਲੈਂਦੇ ਨੇ। ਪਰ ਪਾਤਸ਼ਾਹ ਕਹਿੰਦੇ ਨੇ ਇਹ ਚੇਤੇ ਰੱਖ ਕੇ ਅੱਜ ਨਹੀਂ ਤਾਂ ਕੱਲ ਮੁੱਠ ਕੇ ਜਾਣਾ। ਇਸ ਕਰਕੇ ਇਹ ਬੰਦੇ ਤੂੰ ਪਾਪ ਕਰਨੇ ਛੱਡ ਦੇ, ਆਪਣੇ ਅੰਦਰ ਲੋਭ ਲਾਲਸਾ ਛੱਡ ਦੇ। ਲਾਲਚ ਕਾਹਦਾ ਕਰਨਾ? ਕਿਉਂਕਿ ਜੋ ਤੇਰੇ ਭਾਗਾਂ ਦੇ ਵਿੱਚ ਵਾਹਿਗੁਰੂ ਨੂੰ ਲਿਖਿਆ ਹੋਇਆ, ਤੇਰੀ ਪਰਾਲਬਧ ਅਨੁਸਾਰ ਤੈਨੂੰ ਪ੍ਰਾਪਤ ਹੋ ਜਾਣਾ। ਜਿਹੜਾ ਮੈਨੂੰ ਪ੍ਰਾਪਤ ਹੋਣਾ, ਮੈਨੂੰ ਮਿਲੇਗਾ, ਤੁਹਾਨੂੰ ਮਿਲੇਗਾ। ਕੋਈ ਖੋ ਨਹੀਂ ਸਕਦਾ ਇੱਕ ਦੂਜੇ ਤੋਂ। ਹਾਂ, ਮਿਹਨਤ ਮਸ਼ੱਕਤ ਕਰਨਾ ਇਹ ਆਪਣਾ ਫਰਜ਼ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਮਿਹਨਤ ਕੀਤੀ, ਮਸ਼ੱਕਤ ਕੀਤੀ, ਕਿਰਤ ਕੀਤੀ ਹੈ। ਅਤੇ ਸਤਿਗੁਰੂ ਜੀ ਦਾ, ਗੁਰੂ ਨਾਨਕ ਦਾ ਘਰ ਜਿਹੜਾ ਹੈ ਉਹ ਕਿਰਤੀਆਂ ਦਾ ਘਰ ਹੈ, ਵਿਹਲੜਿਆਂ ਦਾ ਘਰ ਨਹੀਂ ਹੈ। ਕਿਰਤ ਕਰਨ ਦਾ ਸਾਨੂੰ ਹੁਕਮ ਸਤਿਗੁਰੂ ਨੇ ਕੀਤਾ ਹੈ। ਪਰ ਸਤਿਗੁਰੂ ਕਹਿੰਦੇ ਮਿਹਨਤ ਮਸ਼ੱਕਤ ਕਰਦਿਆਂ ਹੋਇਆਂ ਤਾਂ ਜਿਹੜਾ ਫਲ ਦੀ ਆਸ ਰੱਖਣੀ, ਇਹ ਸੋਚਣਾ ਕਿ ਮੇਰੀ ਮਿਹਨਤ ਮਸ਼ੱਕਤ ਨੂੰ ਦੇਖ ਕੇ ਮੇਰਾ ਗੁਰੂ ਆਪੇ ਮੇਰੇ ਉੱਤੇ ਪ੍ਰਸੰਨ ਹੋਵੇਗਾ। ਜੇ ਗੁਰੂ ਨੂੰ ਭਾਉਂਦਾ ਹੋਵੇਗਾ ਤਾਂ ਮੈਨੂੰ ਦਾਤ ਦੇ ਦੇਵੇਗਾ। ਅਤੇ ਗੁਰੂ ਫਿਰ ਦਾਤਾਂ ਦਿੰਦਾ ਹੈ। ਪਰ ਲਾਲਸਾ ਐਸੀ ਪੈਦਾ ਹੁੰਦੀ ਹੈ ਕਿ ਉਦੋਂ ਜੀਵ ਆਪਣੇ ਅਖਲਾਕ ਤੋਂ ਡਿੱਗ ਕੇ, ਧਰਮ ਤੋਂ ਡਿੱਗ ਕੇ, ਲਾਲਚ ਵੱਸ ਹੋ ਕੇ ਉਲਟ ਕਰਮ ਕਰਦਾ ਧਰਮ ਤੋਂ, ਜਿਸ ਕਰਕੇ ਫਿਰ ਇਹ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ। ਅਤੇ ਪਾਤਸ਼ਾਹ ਕਹਿੰਦੇ ਇਹ ਉਸ ਸਮੇਂ ਜੀਵ ਨੂੰ ਫਿਰ ਇਹ ਭੁੱਲ ਜਾਂਦਾ ਕਿ ਅੱਜ ਨਹੀਂ ਤਾਂ ਕੱਲ੍ਹ ਮੈਂ ਮਰਨਾ। ਉਸ ਸਮੇਂ ਇਹ ਜੀਵ ਵਿਸਾਰ ਦਿੰਦਾ ਹੈ।
पहला चेते सी, लालच वस होया तो सब कुछ भुल गया। ये भुल गया कि अज नहीं तो कल मैं संसार तो कूच करना है। कहते ए बंदे तू एक गल याद रख, एक दिन मैं खत्म होना है। जो जम आए केस गह पटकै, ता दिन किश न बसाहेगा। साध भगत कबीर साहबान जी अगले बंद च बख्शिश करते हैं। कहते ए बंदे वो समा जो तेरे उत्ते आवेगा ना, जो जमा जो जम आए जम आउणगे, केस गह केस केसां तो गह पकड़ के धरती उत्ते पटके पटका के मारनगे। कहते ता दिन किश ना बसाहेगा। वो दिन कहते फिर तू किस जिन्नी मर्जी कोशिश कर लवे, तैनू वो किसी पासों तू बच नहीं सकेगा, तैनू कोई बचा नहीं सकेगा। क्योंकि काल तो कोई भी अज तक नहीं बच सकिया। गुरु सवारिया, काल दे अधीन ही सारा संसार है। आप रोजाना पातशाह के बचन पढ़ते हैं तो गुरु कलगीधर पातशाह कह दिता, कहते ने जिहड़े ब्रह्मा विष्णु महेश इत्यादि जिन्ने भी देवी देवते ने ना, ये सारे काल दे अधीन हैं। काल पाए ब्रह्मा बपधरा, काल पाए शिवजू अवतारा, काल पाए कर विष्णु प्रकाशा, सकल काल का किया तमाशा। सारा काल का तमाशा। फिर कहते ने जवन काल जोगी शिव कीयो, वेद राज ब्रह्मा जू थियो। जवन काल सा लोक सवारा, नमस्कार है ताहे हमारा। गुरु पातशाह ने मोहर लाती, कहते उस काल नूं जिहड़ा निरंकार है, काल है, उन्होंने मेरी नमस्कार है, सजदा है। तो इत्थों कोई बच नहीं सकता। इत्थों तक बड़े बड़े जिहड़े अपने आप नूं कहंदे ने आपां बड़े दिमाग वाले हाँ, आपां बड़े चलाक हाँ, आपां इस मौत तो अपना छुटकारा पा लवांगे, वो भी नहीं पा सके। अफलातू जैसे जिहदे कोल एक कला सी, बड़ा चलाक सी, ये कला सी कि अपने जैसे चित्र बनांदा सी। जो पता लग गया कि मेरी मौत आई है, किसी ने दसता कि फलाने दिन तैनूं जमदूत लैण आणगे, इन्ना गुरु सवारे ये विद्वान सी, चलाक सी। कहंदे अपने नाल दीआं अनेकां प्रकार दीआं मूर्तां बना लईआं, मूर्तां बना के विच खलो गया। जम आए ने, समा आया दा जम लैण वास्ते देखते ने किहड़े अफलातू नूं लैके जाइए। इत्थे बड़े अफलातू ने। धर्मराज को वापस मुड़े, कहण लगो तुसीं अनेकां अफलातू किहनूं लैके जाना करिए। ते धर्मराज आखण लग्या, कहण लग्या तुसीं पहला सिफत करनी है, फिर तुसीं निंदना कि आ मूर्ति वधिया नहीं बनी है। हुण जम आए ने कहण लगे कि बड़ी सोहनी चित्रकारी कीती है, आ मूर्त बड़ी, दे बाहां बड़ियां लंमियां लंमियां, इहदा गर्दन बड़ी सोहनी बनी है, नक बड़ा सोहना बनिया, कन बड़े गोल ने, मत्था बड़ा सोहना बनिया। इत्यादि सिफत करदे गए। अफलातू जिहड़ा सी असली अफलातू खुश हुंदा गया। ते जदों फिर 4-5 मूर्तियां की सिफत की, पंजवीं की फिर वारी आई, कहण लगे इहदा नक विंगा है, आ कान जिहड़े सही नहीं बने, मत्था जिहड़ा चंगी तरह नहीं बनिया, ये सही नहीं बनिया। जदों इस तरह आखरे ने, असली अफलातू बोल पिया, कहना तुसीं कौन हुंदे मेरियां पनाह वालियां मूर्तां नंदन वाले, मैं सी ना अंदर। ते कहण लगा जा भरावा तैनूं लभदे फिरदे सी। उदों फिर जो जम आए केस गह पटकै, तो दिन कश न बसाहेगा। उदों कोई भी तेरा बचा नहीं कर सकता। जमा ने पटका के वो जिंद जिहड़ी है, हड्डां कूकड़काए, हड्डां विच जिंद नूं कढ़ लिया। फिर जीव गुरु सवारे उस संसार तो कूच कर दिंदा। कहंदे बंदे तू माण काहदा करदा फिरदा है। बाबा फरीद साहब अज नूं पुछो, फरीद जी कहंदे ने
साढ़े त्रैवण देहरी चलै पानी अन्न। आयो बंदा दुनी विच बत असूनी बन। मलकल मौत जा आपसी सब दरवाजे भन। तिना प्यारियां भाइयां अग्गे दिता बंद। देखो बंदा चलिया चौह जणियां दे कन। ईदा अमल जे कीते दुनी विच दरगह आए कम। जे चंगे कर्म कीते ने ना वो मालक दी दरगाह विखे फिर साडे कम आउणगे। पर गुरु सवारिओ माड़े कर्म करन दे नाल साडी बार बार आपां जम्मांगे ते मरांगे। जम्मण मरदा साडा जिहड़ा चक्कर है ये मुक्केगा नहीं। इनू मुकाण दे लई सानू इबादत करनी पवेगी। मनुखा जन्म बार बार नहीं मिलण वाला। ये नहीं कि अज असीं मनुखा देही भोग ली ते कल भी मनुख बन जावांगे, नहीं। ते गुरु सवारिओ उत्थे तां फिर साडे कर्मां दा हिसाब किताब होना। जिहो जिहे आपां कर्म कीते होणगे, जिथे साडी वासना रह जावेगी उहदे मुताबक सानू अगला शरीर प्राप्त होना है। इस करके जिहड़ा समा मिलिया आपां समय दी कदर करिए। देखो बच्चा स्कूल पढ़न लई जांदा, जिहड़ा बच्चा मन ला के पढ़दा है, पढ़ाई करदा, जो अध्यापक टीचर पढ़ाउंदे ने चंगी तरह पढ़ लैंदा ते बच्चा जदों क्लास पेपर होंदे, इम्तिहान होंदे ने ते चंगे नंबर लैके पास हो जांदा। पर जिहड़ा बच्चा पढ़दा नहीं ते अपने अध्यापकां दी गलबात नहीं सुणदा ते कई वारी वो क्लास चों फिर फेल भी हो जांदा। जिंदगी दे 10-12 साल 15 साल लंघ जांदे ने, बड्डा हो गया ते बड़ा होने तो जो अपने नाल दे संगी साथियों देखदा कि मेरे संगी साथी ने किसी ने डिग्री की, कि कोई बड़ी पोस्ट ते चलिया गया, ओहदे प्राप्त हो गए, तो आप फिर गुरु सवारे मेहनत मजदूरी कर रहा है। उदों अपने आप को कोसदा कि जे मैनू समा मिलिया सी मैं उस समय की कदर कर लैंदा। मेरे मापिया ने बड़ी कोशिश की मैनू पढ़ाउण दी, जे मैं पढ़ लैंदा तो अज मैं भी इस कुर्सी उत्ते बैठा होना सी। अज मेरे हाथ भी जड़े सन वो मेरे हाथ च कलम होनी सी। अज मैं ये मेहनत मजदूरी नहीं करदा होना सी। पछताव किया बाद विच जदों समा लंघ गया, फिर वो दोबारा बचपन नहीं आ सकता। नौजवान आखे मैं दोबारा बचपन बच्चा बन के दोबारा पढ़ाई करन लग पवां, नहीं हो सकता है। इसे तरह ही गुरु सवारिओ मनुखा जन्म मिलिया, जे जीव सोचे कोई गल नहीं, आ जन्म च नाम नहीं जपिया, आ के जन्म च खा लिया पी लिया मौज मस्तियां कर लो, तो अगले जन्म च नाम जपांगे। अगला जन्म पता नहीं प्राप्त होना कि नहीं होना है, पता नहीं किहड़ी जून च आपां सानू भोगनी पवेगी। इस करके समय की कदर करिए। तो सतगुरु कहते ने भगत कबीर साहबान जी कहते जदों कहते जो जम आए केस गह पटकै तादन किश न बसाहेगा। कहते उदों कोई भी विसाह नहीं कर सकता। जमा ने केस तो केसां तो पकड़ लेना तो पटका के धरती उत्ते मारना, तो इस तरह तैनूं खत्म कर देना है। कहते सिमरन भजन दया नहीं कीनी तो मुख चोटा खाहेगा। कहते ए बंदे तैनू परमात्मा ने तेरे मनुख बना के नाम रखता बंदा बंदगी करन वाला, पर कहते तै संसार विच आके काम करने सी, परमेश्वर का सिमरन करना सी, भजन बंदगी करनी सी, दया वाले गुण हिरदे अंदर उत्पन्न करने सन, पर कहते ये नहीं कीते। ना सिमरन किया, भजन बंदगी नहीं की, ना जी दया परवान की। इसे तरह ही अपना जन्म व्यर्थ गवा लिया। कहते अंत वेले फिर की होवेगा, तो मुख चोटा खाहेगा। कहते मालक की दरगाह विखे तेन चोटा खाणियां पैणगियां, पर जमा की मार तैनों सहनी पवेगी। धर्म राय दर जब लेखा मांगै,
क्या मुख लैके जाहेगा। कहते राह दे विच जमा दी मार तैनूं पवेगी। जदों हुण धर्मराज दी कचहरी च पहुँच जावेगा, उत्थे तेरा बेही खाता खोलिया जावेगा। क्योंकि ये धर्म ग्रंथ जिन्ने भी बनते हैं कि धर्मराज जिहड़ा जिहदे कोल सारा हिसाब किताब जीवदा हुंदा लिखे हुए कर्मां दा, कहते उत्थे फिर कहते जो तो लेखा जोखा मंगे बंदे ते किहड़ा कर्म कीता दस, तैनूं इन्ने साल जिंदगी दे मिले सी, इन्ने स्वास तै भोगना कीते ने, दस किहड़ा चंगा कर्म कीता है। जो बेही खाता खोलिया सारे माड़े कर्म, कोई चंगा कर्म नहीं, सारी जिंदगी पाप ही कीते ने। कोई पुण्य वाला काम नहीं, किसी उत्ते दया नहीं की, कदे मुखों वाहिगुरू नहीं आखना कीता। कहते उदों फिर जीव नूं ते शर्मिंदगी महसूस करनी पवेगी, उदों फिर नरकां दा अधिकारी बनेगा। सतगुरु कहते ने भगत कबीर साहबान जी, कहते जदों धर्मराज की कचहरी च पहुँच गया, धर्मराज जब लेखा मंग लेखा जोखा मंगेगा ना, हिसाब किताब करेगा तेरे पास बेही खाते खोल के, क्या मुख लैके जाहेगा। कहते ए बंदे ए दस धर्मराज की कचहरी विच किहड़ा मूँह लैके तू जावेगा। कहत कबीर सुनो रे संत हो, साध संगत तर जाहेगा। कबीर साहबान जी अखीरली पंक्ति च बचन करते हैं। कबीर जी कहते हैं सुनो रे संत हो, हे शांत आत्मा वाले संत जनों सुनना करो, साध संगत तर जाहेगा। जिन्हां ने सत संगत की, सत संगत विच आ बैठ के हरि कीआं कथा कहानियां अलाही बाणी दा कीर्तन सुनिया, जस सुनिया, जस कीता, कहते वो सत संगत के राही फिर संसार समुंदर तो तर जाहेगा। वो तर जाएगा, भाव वो जमन मरण तो रहत हो जाएगा। सत संगत ही एक ऐसी है जिथे बैठ के जीव नूं उस मालक के गुणां की सोझी प्राप्त होती है। सत संगत एक ऐसी है कि सत संगत च बैठ के ही जीव के अंदर निम्रता होंदी है, निमाण होंदी है। कारण की है, ये बंदा घर विच बैठ के बंदगी करे ना, सुखनी साहिब कर लिया, आसा दी वार पढ़ ली, नितनेम कर लिया, होर बाणियां पढ़ लियां, मूल मंत्र दियां माला कर लियां, तो बंदे दे मन च माण आउंदा कि मैं इन्ना पाठ कर लिया, कि मैं इन्ना नितनेम, इन्ने जपजी साहिब दे पाठ करने, मूल मंत्र दियां माला, इन्ने मैं सुखनी साहिब दे पातशाह दी वार पढ़ ली। पर गुरु की संगत विच आके बैठिया ना, गुरु की संगत जाके देखिया कि जे मैं 5 बाणियां नितनेम करदा ना, तो गुरु की संगत च नाल सुखनी साहिब की बाणी पढ़न वाला ही बैठा होया है। जे सुखनी साहिब का पाठ करदा है तो गुरु की संगत में आके पता लग्या कि इत्थे आसा दी वार का कीर्तन करने वाला ही बैठा होया है, इत्थे 5 ग्रंथी का नितनेम करने वाला ही बैठा होया, इत्थे वो भी बैठा जिहड़ा महीने विच 15 दिन बाद सहज पाठ करके भोग पाने वाला ही बैठा है। मान सी अपना कि मैं 3 बजे 2 बजे उठता हाँ, तो गुरु की संगत ऐसे ही मिल जाए जो 1 बजे उठ के गुरु सरे गुरु का जस करन विच बैठ जाए, चौंकड़ा मार के बैठ जाते हैं, तो मान तो दूर हो गया, हंकार दूर हो गया। इस करके पातशाह कहते हैं सतसंगत कर, सतसंगत करन नाल तेरे मन च मान नहीं आवेगा, हंकार नहीं आवेगा, निम्रता आवेगी। सतसंगत ही एक ऐसी है जिथे कह सतसंगत दीयां घड़ियां प्राप्त करके ऐ जीव तू संसार समुंदर तो तर जाहेगा, तर जावेगा, तेरा लोक परलोक सवर जावेगा। ये गुरु सवारियो सतगुरु महाराज जी ने अपार बख्शिश रहमत की है। भगत कबीर साहबान जी के पावन शब्द की विचार हुई है। दास तो बोलते तो एक नहीं अनेकां गलतियां हो गई होणगियां। संगत अते सतगुरु बख्शण जो